ਪ੍ਰਾਕਥਨ। ਪਿਛਲੇ ਸ਼ਬਦ ਵਿੱਚ ਮੌਤ ਨਾਲ ਤਨ ਦੀ ਭਿਆਨਕ ਹੋਈ ਹਾਲਤ, ਫਿਰ ਤਨ ਦੇ ਕਾਰਨ ਬਣੇ ਸੰਬੰਧਾਂ ਦੇ ਸਮਾਪਤ ਹੋ ਜਾਣ ਦਾ ਦ੍ਰਿਸ਼ ਦਿਖਾ ਕੇ ਉਪਦੇਸ਼ ਦਿੱਤਾ ਸੀ। ਹੁਣ ਫਿਰ ਮੌਤ ਦਾ ਹੀ ਜ਼ਿਕਰ ਕਰਕੇ ਪਰ ਸਰੀਰ ਵਿੱਚੋਂ ਜੁਦਾ ਹੋਏ ਮਨ ਜਾਂ ਜੀਵ ਦੀ ਸਿਥਲ ਹੋਈ ਦਸ਼ਾ ਦਿਖਾ ਕੇ ਸਤ ਸਰੂਪ ਦੀ ਪ੍ਰਾਪਤੀ ਦਾ ਉਪਦੇਸ਼ ਤੇ ਜਾਂਚ ਦੱਸਦੇ ਹਨ। ਸ੍ਰੀ ਰਾਗ ਮਹੱਲ ਪਹਿਲਾ। ਤਨ ਜਲ ਬਲ ਮਾਟੀ ਭਇਆ, ਮਨ ਮਾਇਆ ਮੋਹਿ ਮਨੂਰ। ਇਨਸਾਨ ਦਾ ਸਰੀਰ ਤਾਂ ਮਰਨ ਮਗਰੋਂ ਸੜ ਬਲ ਕੇ ਮਿੱਟੀ ਹੋ ਜਾਂਦਾ ਹੈ ਅਤੇ ਮਨ ਜੋ ਸਰੀਰ ਵਿੱਚੋਂ ਵੱਖ ਹੋ ਜਾਂਦਾ ਹੈ ਉਹ ਵੀ ਮਾਇਆ ਦੇ ਮੋਹ ਦੇ ਕਾਰਨ ਮਨੂਰ ਸਿਥਲ ਹੋ ਜਾਂਦਾ ਹੈ। ਔਗਣ ਫਿਰ ਲਾਗੂ ਭਏ, ਕੂਰ ਵਜਾਵੈ ਤੂਰ। ਫਿਰ ਹੁਣ ਮਾਇਆ ਦੇ ਮੋਹ ਵਿੱਚ ਕੀਤੇ ਔਗਣ ਉਸ ਸਿਥਲ ਮਨ ਦੇ ਵੈਰੀ ਹੋ ਖੜੋਂਦੇ ਹਨ ਤੇ ਕੂੜ ਖੁਸ਼ੀ ਨਾਲ ਤੁਰੀ ਵਜਾਉਂਦਾ ਹੈ। ਅਰਥਾਤ ਕੀਤੇ ਔਗਣ ਕੂੜ ਵਿੱਚ ਰੱਤੇ ਰਹੇ ਮਨ ਨੂੰ ਦਿਸਦੇ ਹਨ ਤੇ ਉਹ ਦੁਖੀ ਹੁੰਦਾ ਹੈ ਕਿ ਮੈਂ ਔਗਣ ਕਰਕੇ ਜੋ ਕੁਝ ਬਣਾਇਆ ਸੀ ਨਾਲ ਨਹੀਂ ਆਇਆ ਤੇ ਕੀਤੇ ਔਗਣਾਂ ਦੇ ਸੰਸਕਾਰ ਮੇਰੇ ਵਿੱਚ ਅੰਕਿਤ ਹੋ ਕੇ ਨਾਲ ਆਏ ਹਨ। ਬਿਨ ਸ਼ਬਦੈ ਭਰਮਾਈਐ, ਦੁਬਿਧਾ ਡੋਬੇ ਪੂਰ। ਇਸ ਤਰ੍ਹਾਂ ਗੁਰੂ ਕੇ ਸ਼ਬਦ ਵੀ ਹੋਣੇ ਰਿਹਾ ਦੁਬਿਧਾ ਇੱਕ ਨੂੰ ਨਹੀਂ ਪੂਰਾ ਦੇ ਪੂਰ ਡੋਬ ਰਹੀ ਹੈ। ਭਾਵ ਅਨੇਕਾਂ ਨੂੰ ਦੁਖੀ ਕਰ ਰਹੀ ਹੈ ਤੇ ਜਨਮਾਂ ਵਿੱਚ ਘੁਮਾ ਰਹੀ ਹੈ। ਮਨ ਰੇ ਸ਼ਬਦ ਤਰਹੁ ਚਿਤ ਲਾਇ। ਹੇ ਮਨ, ਹੁਣ ਤਨ ਵਿੱਚ ਹੁੰਦਿਆਂ ਹੋਸ਼ ਕਰ ਤੇ ਸ਼ਬਦ ਵਿੱਚ ਚਿਤ ਲਾ ਤਾਂ ਤਰ ਜਾ। ਕਿਉਂਕਿ ਜਿਨ ਗੁਰਮੁਖ ਨਾਮ ਨ ਬੂਝਿਆ, ਮਰ ਜਨਮੈ ਆਵੈ ਜਾਇ। ਰਹਾਉ। ਜੋ ਪੁਰਖ ਗੁਰੂ ਦੁਆਰੇ ਨਾਮ ਨੂੰ ਬੁੱਝ ਨਹੀਂ ਲੈਂਦਾ, ਭਾਵ ਨਾਮ ਦੀ ਲਖਤਾ ਪ੍ਰਾਪਤ ਨਹੀਂ ਕਰ ਲੈਂਦਾ, ਉਹ ਮਰਦਾ ਜੰਮਦਾ ਆਵਾਗਮਨ ਵਿੱਚ ਰਹਿੰਦਾ ਹੈ। ਰਹਾਉ। ਇੱਥੇ ਅੰਕ 1 ਤੇ ਰਹਾਉ ਵਿੱਚ ਮਰ ਗਏ ਦੇ ਮਨ ਦਾ ਦੁਖੀ ਹਾਲ ਮੁਕਾ ਕੇ ਜੀਵਾਂ ਨੂੰ ਉਪਦੇਸ਼ ਦਿੱਤਾ ਹੈ ਕਿ ਚਿੱਤ ਸ਼ਬਦ ਵਿੱਚ ਰੱਤਾ ਰੱਖੋ ਤਾਂ ਭਵ ਸਾਗਰ ਨੂੰ ਤਰੋਗੇ। ਹੁਣ ਅਗਲੇ ਪਦੇ ਵਿੱਚ ਉਸ ਸਰੀਰ ਦਾ ਹਾਲ ਦੱਸਦੇ ਹਨ ਜੋ ਨਾਮ ਵਿੱਚ ਰੱਤਾ ਰਹਿੰਦਾ ਹੈ। ਤਨ ਸੂਚਾ ਸੋ ਆਖੀਐ, ਜਿਸ ਮਹਿ ਸਾਚਾ ਨਾਉ। ਜਿਸ ਤਨ ਵਿੱਚ ਸੱਚਾ ਨਾਮ ਵਸਦਾ ਹੈ ਉਸ ਨੂੰ ਸੁੱਚਾ ਪਵਿੱਤਰ ਕਹੀਦਾ ਹੈ। ਭੈ ਸਚ ਰਾਤੀ ਦੇ ਹੋਰੀ, ਜਿਹਵਾ ਸੱਚ ਸੁਆਉ। ਕਿਉਂਕਿ ਉਸ ਦੀ ਦੇਹ ਵਾਹਿਗੁਰੂ ਦੇ ਭੈ ਦੁਆਰਾ ਸੱਚ ਭਾਵ ਸਤ ਸਰੂਪ ਵਿੱਚ ਰਚੀ ਰਹਿੰਦੀ ਹੈ ਅਤੇ ਜਿਹਵਾ ਸੱਚ ਸੁਆਉ ਉਸ ਦੀ ਰਸਨਾ ਰਸਮਈ ਹੋ ਕੇ ਸੱਚੇ ਸਵਾਦ ਵਿੱਚ ਰਚੀ ਰਹਿੰਦੀ ਹੈ। ਸੱਚੀ ਨਦਰ ਨਿਹਾਲੀਐ, ਬਹੁੜ ਨਾ ਪਾਵੈ ਤਾਉ। ਐਸਾ ਪੁਰਖ ਵਾਹਿਗੁਰੂ ਜੀ ਵੱਲੋਂ ਸੱਚੀ ਮਿਹਰ ਦ੍ਰਿਸ਼ਟੀ ਨਾਲ ਵੇਖਿਆ ਜਾਂਦਾ ਹੈ। ਉਹ ਮੁੜ ਕੇ ਕਦੇ ਤਾਉ ਵਿੱਚ ਨਹੀਂ ਪੈਂਦਾ। ਹੁਣ ਪ੍ਰਸ਼ਨ ਹੁੰਦਾ ਹੈ ਕਿ ਇਹ ਤਾਂ ਦੇਹ ਵਿੱਚ ਬੈਠੇ ਮਨ ਪ੍ਰਤੀ ਆਪਣੇ ਰਸਤਾ ਦੱਸਿਆ ਹੈ। ਜੋ ਮਨ ਦੇਹ ਵਿੱਚੋਂ ਮਨੂਰ ਹੋ ਕੇ ਨਿਕਲਿਆ ਹੈ ਉਹ ਤਾਂ ਹੁਣ ਬੇਇਲਾਜ ਹੋ ਗਿਆ, ਉਸ ਦਾ ਕੀ ਬਣੇ? ਉਸ ਦੇ ਉਧਾਰ ਦਾ ਪ੍ਰਕਾਰ ਅਗਲੇ ਪਦਿਆਂ ਵਿੱਚ ਦੱਸਦੇ ਹਨ। ਇੱਕ ਵਿਸ਼ਾਲ ਦ੍ਰਿਸ਼ਟੀ ਜਗਤ ਰਚਨਾ ਦੀ ਅਸਲੀਅਤ ਉੱਤੇ ਪਾਉਂਦੇ ਤੇ ਉਸ ਵਿੱਚੋਂ ਤਤ ਸਾਰ ਦਿਖਾਲਦੇ ਹਨ। ਸਾਚੇ ਤੇ ਪਵਨਾ ਭਇਆ, ਪਵਨੈ ਤੇ ਜਲ ਹੋਏ। ਸਤ ਸਰੂਪ ਸੱਚੇ ਵਾਹਿਗੁਰੂ ਤੋਂ ਪਵਨਾ ਹੋਇਆ, ਪਵਨੇ ਤੋਂ ਜਲ ਹੋਇਆ। ਜਲ ਤੇ ਤੇਰੇ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਜਲ ਆਦਿ ਪੰਜਾਂ ਤੱਤਾਂ ਤੋਂ ਤ੍ਰਿਲੋਕੀ ਸਾਜੀ ਗਈ। ਫੇਰ ਘਟ ਘਟ ਭਾਵ ਸਰੀਰ ਵਿੱਚ ਮਨ ਤੇ ਮਨ ਵਿੱਚ ਆਪਣੀ ਜੋਤ ਸਮਾਈ ਰੱਖੀ, ਅਥਵਾ ਹਰ ਮਨ ਵਿੱਚ ਸਰੀਰ ਵਿੱਚ ਜੋਤ ਸਮਾਈ। ਨਿਰਮਲ ਮੈਲਾ ਨਾ ਥੀਐ, ਸ਼ਬਦ ਰਤੇ ਪਤ ਹੋਏ।
ਸੋ ਜੋਤੀ ਸਰੂਪ ਜੋ ਨਿਰਮਲ ਹੈ, ਉਹ ਤਾਂ ਮੈਲਾ ਹੋ ਨਹੀਂ ਸਕਦਾ, ਪਰ ਮਨ ਮੈਲਾ ਹੁੰਦਾ ਹੈ। ਉਹ ਸ਼ਬਦ ਵਿੱਚ ਰਤਿਆਂ ਨਿਰਮਲ ਹੋ ਜਾਂਦਾ ਹੈ ਤੇ ਗਈ ਪਤ ਮੁੜ ਬਣ ਜਾਂਦੀ ਹੈ। ਇਹੋ ਮਨ ਸਾਚ ਸੰਤੋਖਿਆ, ਨਦਰ ਕਰੇ ਤਿਸ ਮਾਹੇ। ਇਉਂ ਕਿ ਹੁਣ ਸ਼ਬਦ ਰਤਾ ਇਹੋ ਮਨ ਸੱਚ ਵਿੱਚ ਸੰਤੁਸ਼ਟ ਹੋ ਕੇ ਉਸ ਜੋਤ ਸਰੂਪ ਸੱਚ ਵਿੱਚ ਹੀ ਦ੍ਰਿਸ਼ਟੀ ਰੱਖਦਾ ਹੈ। ਭਾਵ ਇਹ ਕਿ ਸਪਸ਼ਟੀ ਵਿੱਚ ਉਹ ਦੇਖਦਾ ਹੈ ਕਿ ਪੰਜ ਤੱਤ ਪਰਮੇਸ਼ਰ ਦੇ ਭੈ ਵਿੱਚ ਵਰਤ ਰਹੇ ਹਨ। ਜਿਸ ਤਰ੍ਹਾਂ ਭੈ ਵਿੱਚ ਪਵਨ ਵਹੈ ਸਦ ਵਾਓ, ਵਾਰ ਆਸਾ ਮਹੱਲਾ ਪਹਿਲਾ। ਤੇ ਆਪਣੇ ਸਰੀਰ ਵਿੱਚ ਦੇਖਦਾ ਹੈ ਕਿ ਪੰਜ ਤੱਤਾਂ ਦਾ ਸਰੀਰ ਪੰਜ ਗਿਆਨ ਇੰਦਰੀਆਂ ਸਣੇ ਸਾਈਂ ਦੇ ਭੈ ਵਿੱਚ ਤੁਰ ਰਿਹਾ ਹੈ। ਭਾਵ ਸੱਚੇ ਦੇ ਭੈ ਵਿੱਚ ਰੱਤਾ ਹੋਇਆ ਵਿਕਾਰ ਨਹੀਂ ਕਰਦਾ। ਪੰਜ ਭੂਤ ਸੱਚ ਭੈ ਰਤੇ, ਜੋਤ ਸੱਚੀ ਮਨ ਮਾਹੇ। ਤਦ ਪੰਜ ਤੱਤ ਸੱਚ ਦੁਆਰਾ ਭੈ ਵਿੱਚ ਰਤੇ ਰਹਿੰਦੇ ਹਨ। ਸੱਚੀ ਜੋਤ ਪਰਮਾਤਮ ਦੇਵ ਦੀ ਮਨ ਵਿੱਚ ਪ੍ਰਗਟ ਹੋ ਆਉਂਦੀ ਹੈ। ਨਾਨਕ ਔਗਣ ਵਿਸਰੇ, ਗੁਰ ਰਾਖੇ ਪਤ ਤਾਹੇ। ਇਸ ਪ੍ਰਕਾਰ ਦੇ ਪ੍ਰਯਤਨ ਨਾਲ ਉਹ ਔਗਣ ਜਿਨ੍ਹਾਂ ਕਰਕੇ ਮਨ ਮਨੂਰ ਹੋ ਗਿਆ ਸੀ, ਦੂਰ ਹੋ ਜਾਣਗੇ। ਇਉਂ ਗੁਰੂ ਉਸ ਦੀ ਵੀ ਪਤ ਰੱਖ ਲਏਗਾ। ਹੇ ਨਾਨਕ। ਵਿਆਖਿਆ। ਮਰਨੇ ਉਪਰੰਤ ਤਨ ਨੂੰ ਸਾੜ ਦੱਬ ਕੇ ਮੁੜ ਮਿੱਟੀ ਬਣ ਜਾਣਾ ਨਸੀਬ ਹੁੰਦਾ ਹੈ। ਮਨ ਵੀ ਜਿਸ ਕਰਕੇ ਸਰੀਰ ਜਿਉਂਦਾ ਸੀ, ਮਾਇਆ ਵਿੱਚ ਖਚਤ ਰਹਿਣੇ ਕਰਕੇ ਮਨੂਰ ਵਾਂਗੂ ਹੋ ਜਾਂਦਾ ਹੈ। ਮਨੂਰ ਲੋਹੇ ਦੀ ਮਿੱਟੀ ਨੂੰ ਕਹਿੰਦੇ ਹਨ, ਜਿਸ ਤੋਂ ਲੋਹਾ ਸਾਫ਼ ਕਰਕੇ ਕੱਢਦੇ ਹਨ, ਜਾਂ ਲੋਹਾ ਗਾਲ ਕੇ ਸਾਫ਼ ਕਰਦਿਆਂ ਖਿੰਗਰ ਜਿਹੇ ਬਚ ਰਹੇ ਨੂੰ ਮਨੂਰ ਕਹਿੰਦੇ ਨੇ। ਚੰਗਾ ਭਲਾ ਲੋਹਾ ਪਾਣੀ, ਹਵਾ ਜਾਂ ਕਈ ਇੱਕ ਹੋਰ ਖਟਾਈਆਂ ਆਦਿਕਾਂ ਦੇ ਕੁਸੰਗ ਨਾਲ ਮੁੜ ਮਿੱਟੀ ਵਰਗਾ ਹੋ ਜਾਂਦਾ ਹੈ। ਉਹ ਵੀ ਮਨੂਰ ਹੈ। ਇਥੇ ਭਾਵ ਤੀਸਰੀ ਕਿਸਮ ਤੋਂ ਹੈ। ਤਨ ਨੂੰ ਤਾਂ ਮਿੱਟੀ ਹੋ ਗਿਆ ਆਖਿਆ ਹੈ, ਪਰ ਮਨ ਨੂੰ ਮਿੱਟੀ ਨਹੀਂ, ਉਸ ਨੂੰ ਮਨੂਰ ਕਿਹਾ ਹੈ। ਮਨੂਰ ਚਾਹੋ ਮਿੱਟੀ ਹੈ, ਪਰ ਉਹ ਲੋਹੇ ਦੀ ਮਿੱਟੀ ਹੈ। ਲੋਹਾ ਉਸ ਵਿੱਚ ਮੌਜੂਦ ਹੈ ਤੇ ਮੁੜ ਕੇ ਸ਼ੁੱਧ ਲੋਹਾ ਬਣ ਸਕਦਾ ਹੈ। ਮਨ ਦੀ ਇਹ ਦਸ਼ਾ ਮਾਨੋ ਇੱਕ ਸਿਥਲ ਦਸ਼ਾ ਹੈ, ਜੋ ਮਾਇਆ ਦੇ ਕੁਸੰਗ ਕਰਕੇ ਹੋਈ ਦੱਸੀ ਹੈ, ਜਿਸ ਨਾਲ ਮਿਲ ਕੇ ਅਨੇਕਾਂ ਔਗਣ ਹੁੰਦੇ ਰਹਿੰਦੇ ਹਨ ਤੇ ਜੋ ਮਾਇਆ ਪ੍ਰੇਮ ਦੇ ਕਾਰਨ ਇਨਸਾਨ ਕਰਦਾ ਰਹਿੰਦਾ ਹੈ। ਫੇਰ ਅੰਕ 1 ਦੀ ਸਤਰ ਤੀਜੀ ਵਿੱਚ ਦੱਸਿਆ ਹੈ ਕਿ ਸ਼ਬਦ ਤੋਂ ਉਪਰਾਮ ਰਹਿਣਾ ਵੀ ਇਸ ਦਾ ਕਾਰਨ ਹੈ। ਜੇ ਉਹ ਨਾਲ ਜਾਰੀ ਰਹਿੰਦਾ ਤਾਂ ਮਨ ਮਨੂਰ ਨਾ ਹੁੰਦਾ, ਕਦੇ ਹੋਸ਼ ਆ ਜਾਂਦੀ। ਇਹ ਸ਼ਬਦ ਦਾ ਨਾਮ ਬੁੱਝਣਾ ਮਨ ਦੇ ਮਨੂਰ ਸਿਥਲ ਹੋਣ ਤੇ ਜਨਮ ਮਰਨ ਬਣੇ ਰਹਿਣ ਦਾ ਤੀਸਰਾ ਕਾਰਨ ਹੈ। ਅੰਕ 1 ਸਤਰ ਦੂਜੀ ਵਿੱਚ ਇੱਕ ਕਟਾਖ ਮਾਇਆ ਦੇ ਜੋ ਮਨੂਰ ਕਰਨ ਦਾ ਕਾਰਨ ਹੈ, ਅਣਸਥਿਰ ਤੇ ਅਸਤ ਰੂਪਤਾ ਵਾਲੀ ਹੋਣ ਦਾ ਕੂਰ ਪਦ ਕਹਿ ਕੇ ਸੱਟਿਆ ਹੈ ਕਿ ਮਾਇਆ ਈਸ਼ਵਰ ਦੀ ਤਰ੍ਹਾਂ ਸਤ ਵਸਤੂ ਨਹੀਂ ਹੈ। ਇਹ ਕੂੜ ਪਸਾਰਾ ਹੈ। ਇਸ ਵਿੱਚ ਲੱਗ ਕੇ ਮਨ ਜੋ ਆਪਣੇ ਅਸਲੇ ਵਿੱਚ ਜੋਤ ਸਰੂਪਤਾ ਲਈ ਬੈਠਾ ਹੈ, ਮਨੂਰ ਹੋ ਜਾਂਦਾ ਹੈ। ਇਸ ਨੂੰ ਕੂੜ ਦੀ ਜਿੱਤ ਹੋ ਗਈ ਦੱਸਿਆ ਹੈ। ਹੁਣ ਸਮਝ ਪਈ ਕਿ ਜਨਮ ਮਰਨ ਆਦਿ ਕਸ਼ਟ ਕਲੇਸ਼ ਇਸ ਕੂੜ ਦੇ ਕਾਰਨ ਹੋਏ। ਇਸ ਦੀ ਨਿਵਰਤੀ ਲੋੜੀਏ ਤਾਂ ਜੋ ਫੇਰ ਮਨੂਰ ਕੰਚਨ ਬਣ ਜਾਵੇ। ਮਨੂਰ ਕਿਹਾ ਹੀ ਇਸ ਵਾਸਤੇ ਸੀ ਕਿ ਉਹ ਮੁੜ ਕੇ ਲੋਹਾ ਬਣ ਸਕਦਾ ਹੈ। ਸਗੋਂ ਇੱਕ ਥਾਂ ਤਾਂ ਫਰਮਾਇਆ ਹੈ ਕਿ ਮਨੂਰ ਲੋਹਾ ਹੀ ਨਹੀਂ, ਸੋਨਾ ਹੋ ਸਕਦਾ ਹੈ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਨੇਹਾ। ਮਾਰੂ ਮਹੱਲਾ ਪਹਿਲਾ। ਮਨੂਰੈ ਤੇ ਕੰਚਨ ਭਏ ਭਾਈ, ਗੁਰ ਪਾਰਸ ਮੇਲ ਮਿਲਾਏ। ਸੋਰਠ ਮਹੱਲਾ ਤੀਜਾ। ਇਸ ਤੋਂ ਪਤਾ ਲੱਗਾ ਹੈ ਕਿ ਕਿਸੇ ਵੀ ਧਾਤੂ ਦੇ ਆਪਣੇ ਰੂਪ ਨੂੰ ਛੱਡ ਕੇ ਮਿੱਟੀ ਵਾਂਗੂ ਹੋ ਜਾਣ ਨੂੰ ਮਨੂਰ ਕਹਿ ਲਈਦਾ ਹੈ। ਅੰਕ 2 ਅਤੇ 3 ਦੇ ਅੰਤ ਤੱਕ ਜੋ ਉਪਦੇਸ਼ ਨਾਮ ਦਾ ਹੈ, ਉਹ ਆਪਣੇ ਮਨ ਪ੍ਰਤੀ ਉਪਦੇਸ਼ ਹੈ, ਜੋ ਅਜੇ ਦੇਹੀ ਵਿੱਚ ਹੈ।
ਇਸ ਲਈ ਸੋਤੇ ਪ੍ਰਸ਼ਨ ਹੁੰਦਾ ਹੈ ਕਿ ਜੋ ਮਨ ਮਨੂਰ ਹੋ ਗਿਆ ਤੇ ਦੇਹੀ ਤੋਂ ਨਿਕਲ ਗਿਆ, ਉਹ ਗੁਰੂ ਨੂੰ ਕਿਵੇਂ ਮਿਲੇ, ਨਾਮ ਕਿਵੇਂ ਸਿਮਰੇ ਤੇ ਸੱਚੀ ਨਦਰ ਕਿਵੇਂ ਪ੍ਰਾਪਤ ਕਰੇ। ਇਸ ਪ੍ਰਸ਼ਨ ਨੇ ਲੋੜ ਪੈਦਾ ਕੀਤੀ ਅੰਕ 2 ਤੇ 3 ਵਿੱਚ ਦਿੱਤੇ ਖਿਆਲਾਂ ਦੇ ਪ੍ਰਗਟ ਕਰਨ ਦੀ, ਜਿਨ੍ਹਾਂ ਵਿੱਚ ਸੱਚ ਦਾ ਜ਼ਿਕਰ ਹੈ, ਕਿਉਂਕਿ ਕੂੜ ਦਾ ਉਲਟ ਸੱਚ ਹੈ। ਜੋ ਆ ਜਾਵੇ ਤਾਂ ਸਿਥਲ ਮਨ ਨੂੰ ਸੁਰਜੀਤ ਮਨ ਦਾ ਸਰੂਪ ਦੇ ਦੇਵੇ, ਜੋ ਇਸ ਦਾ ਅਸਲੀ ਸਰੂਪ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆਸਾ ਮਹੱਲਾ ਤੀਜਾ ਸ਼ੰਤ। ਇਸ ਲਈ ਆਪ ਜੀ ਜਗਤ ਦੇ ਮੂਲ ਵਿੱਚ ਚਲੇ ਗਏ ਤੇ ਅੰਕ 3 ਵਿੱਚ ਦੱਸਿਆ ਕਿ ਜਗਤ ਦਾ ਮੂਲ ਸਤ ਹੈ, ਇਹ ਅਸਤ ਤੋਂ ਨਹੀਂ ਬਣਿਆ। ਇਹ ਪ੍ਰਸ਼ਨ ਕਿ ਉਤਪਤੀ ਕਿਸ ਤੋਂ ਹੈ, ਉਪਨਿਸ਼ਦਾਂ ਦੇ ਸਮੇਂ ਵੀ ਹੋਇਆ ਸੀ। ਸਵੇਤ ਕੇਤੂ ਨੂੰ ਉਸ ਦੇ ਪਿਤਾ ਨੇ, ਜਦ ਉਹ ਵੇਦ ਪੜ੍ਹ ਕੇ ਵੀ ਅਸਲ ਨੂੰ ਨਹੀਂ ਸੀ ਪਹੁੰਚਾ, ਦੱਸਿਆ ਕਿ ਬੇਟਾ, ਆਦਿ ਵਿੱਚ ਕੇਵਲ ਸਤ ਹੀ ਹੈਗਾ ਸੀ, ਉਹ ਇੱਕੋ ਸੀ, ਅਦਿੱਤੀ ਸੀ, ਉਸ ਤੋਂ ਸਭ ਕੁਝ ਉਤਪਤ ਹੋਇਆ ਸੀ। ਚਾਹੇ ਕਈ ਲੋਕ ਆਖਦੇ ਹਨ ਕਿ ਸਭ ਕੁਝ ਅਸਤ ਤੋਂ ਹੋਇਆ ਹੈ ਤੇ ਆਦਿ ਵਿੱਚ ਅਸਤ ਸੀ, ਪਰ ਬੇਟਾ ਇਹ ਕਿਕੂ ਹੋ ਸਕਦਾ ਹੈ ਕਿ ਸਤ ਤੋਂ ਸਤ ਉਪਜੇ। ਤਾਂ ਤੇ ਹੇ ਸੋਮ, ਇੱਕੋ ਦੁੱਤੀ ਸਤ ਹੀ ਰਚਨਾ ਰਚੀ ਜਾਣ ਤੋਂ ਪਹਿਲੇ ਹੈਗਾ ਸੀ। ਉਸ ਸਤ ਨੇ ਫੁਰਨਾ ਕੀਤਾ ਕਿ ਮੈਂ ਬਹੁਤੇ ਰੂਪ ਧਾਰਨ ਕਰਾਂ ਤੇ ਜਿੰਦਾ ਵਾਲੇ ਜੀਵ ਉਪਜਾਵਾਂ। ਸਤ ਤੋਂ ਇਹ ਦਿਸਦਾ ਜਗਤ ਕਿਵੇਂ ਬਣਿਆ। ਸਤ ਤੋਂ ਪਵਣਾ ਜਲ ਤ੍ਰਿਭਵਨ ਤੇ ਫਿਰ ਸਤ ਦੀ ਜੋਤ ਵਿੱਚ ਸਮਾ ਕੇ ਜੀਵ ਧਾਰੀ ਸ੍ਰਿਸ਼ਟੀ। ਫਿਰ ਪੰਜਾਂ ਭੂਤਾਂ ਭਾਵ ਤੱਤਾਂ ਨੂੰ ਵੀ ਸਤ ਤੋਂ ਬਾਹਰ ਨਹੀਂ ਦੱਸਿਆ, ਉਹਨਾਂ ਨੂੰ ਪੰਜ ਭੂਤ ਸੱਚ ਭੈ ਰਤੇ ਦੱਸਿਆ ਹੈ, ਤੇ ਸੱਚੀ ਜੋਤ ਨੂੰ ਜੋਤ ਸੱਚੀ ਮਨ ਮਾਹੇ ਦੱਸਿਆ ਹੈ। ਹੁਣ ਸਪਸ਼ਟ ਹੋ ਗਿਆ ਕਿ ਮਨ ਜੋ ਮਾਇਆ ਦੇ ਔਗਣਾ ਕਰਕੇ ਕੂੜ ਵਿੱਚ ਚਲਾ ਗਿਆ ਹੈ, ਸਤ ਤਾਂ ਉਸ ਵਿੱਚ ਮਨੂਰ ਵਿੱਚ ਸ਼ੁੱਧ ਲੋਹੇ ਵਾਂਗੂ ਮੌਜੂਦ ਹੈ, ਪਰ ਕੂੜ ਨੇ ਉਸ ਨੂੰ ਸਿਥਲਤਾ ਵਿੱਚ ਮਾਨੋ ਲਪੇਟ ਛੋੜਿਆ ਹੈ। ਉਸ ਦਾ ਦਾਰੂ ਸਤ ਹੀ ਹੈ, ਜੋ ਉਸ ਨੂੰ ਮੁੜ ਆਪਣੀ ਜੋਤ ਸਰੂਪਤਾ ਵਿੱਚ ਲੈ ਆਵੇ। ਫਰਮਾਉਂਦੇ ਹਨ ਕਿ ਨਾਉ ਜੋ ਸੱਚੇ ਦਾ ਹੋਣ ਕਰਕੇ ਵੀ ਸੱਚ ਹੈ, ਉਹ ਮਨ ਨੂੰ ਸੁਰਜੀਤ ਤਾਈ ਲਾ ਦੇਣ ਨੂੰ ਸਮਰੱਥ ਹੈ। ਅਸਤ ਵਿੱਚ ਆਸ਼ਾਦਿਤ ਨੂੰ ਸਤ ਨਾਮ ਸਤ ਸਰੂਪਤਾ ਵਿੱਚ ਲੈ ਆਵੇਗਾ। ਇਉਂ ਕਿ ਰਸਨਾ ਨਾਲ ਜਪਿਆ ਜਿਹਵਾ ਨੂੰ ਰਸਮਈ ਕਰੇਗਾ, ਸਾਰਾ ਸਰੀਰ ਉਸ ਨਾਲ ਸੁੱਚਾ ਹੋ ਜਾਏਗਾ। ਉਸ ਦੀ ਰੁਚੀ ਮਾਇਆ ਮੋਹ ਦੀ ਨਹੀਂ ਰਹੇਗੀ, ਉਸ ਦੀ ਰੁਚੀ ਅਵਗਣ ਕਰਨ ਵਾਲੀ ਨਹੀਂ ਜਾਏਗੀ। ਅੰਤ ਉਸ ਸਰੀਰ ਅੰਦਰ ਵਸਦਾ ਮਨ ਆਪਣੇ ਅਸਲੇ ਨੂੰ ਅਨੁਭਵ ਕਰ ਲਏਗਾ। ਭਾਵ ਇਹ ਕਿ ਸੱਚ ਨਾਮ ਨਾਲ ਸਰੀਰ ਨੂੰ ਚਾਹੋ ਉਹ ਤੱਤਾਂ ਦਾ ਬਣਿਆ ਹੈ, ਤਨ ਸੂਚਾ ਕਹਾਂਗੇ, ਕਿਉਂਕਿ ਹੁਣ ਉਹ ਅਵਗਣ ਨਹੀਂ ਕਮਾਉਂਦਾ। ਇਸ ਕਰਕੇ ਫਰਮਾਇਆ, ਤਨ ਸੂਚਾ ਸੋ ਆਖੀਐ, ਜਿਸ ਮਹਿ ਸਾਚਾ ਨਾਉ। ਫਿਰ ਇਹ ਮਨ ਜੋ ਸਿਥਲ ਹੋ ਗਿਆ ਸੀ, ਨਾਮ ਨਾਲ ਮੁੜ ਸਰਜੀਤ ਹੋ ਕੇ ਸਾਚ ਸੰਤੋਖਿਆ ਹੋ ਜਾਏਗਾ। ਇਸ ਦੀ ਸੱਚ ਦੇ ਮੰਡਲਾਂ ਵਿੱਚ ਮੁੜ ਪਤ ਬਣ ਜਾਏਗੀ, ਜਿਸ ਤਰ੍ਹਾਂ ਸ਼ਬਦ ਰਤੇ ਪਤ ਹੋਏ। ਫਿਰ ਉਸ ਉੱਤੇ ਨਦਰ ਹੋਵੇਗੀ ਉਸ ਇੱਕੋ ਦੁੱਤੀ ਸੱਚ ਦੀ, ਸਤ ਸਰੂਪ ਦੀ, ਜਿਸ ਨੇ ਸਭ ਕੁਛ ਰਚਿਆ ਹੈ। ਜਿਸ ਤਰ੍ਹਾਂ ਸੱਚੀ ਨਦਰ ਨਿਹਾਲੀ ਐ, ਬਹੁੜ ਨਾ ਪਾਵੈ ਤਾਉ। ਇਉਂ ਨਿਰਮਲ ਹੋ ਗਿਆ ਮਨ, ਫੇਰ ਕਦੇ ਮੈਲਾ ਨਾ ਹੋਏਗਾ। ਉਸ ਨੂੰ ਔਗਣਾਂ ਦੀ ਮੈਲ ਫੇਰ ਕਦੇ ਨਾ ਲੱਗੇਗੀ। ਨਾਨਕ ਔਗਣ ਵੀਸਰੇ ਦੀ ਅਵਸਥਾ ਹੋ ਜਾਏਗੀ। ਸਿੱਟਾ ਇਹ ਕਿ ਆਪ ਜੀ ਜੀਵਾਂ ਦੀ ਇਹ ਦਸ਼ਾ ਦੇਖ ਕੇ ਤ੍ਰੈਹਾਂ ਨੂੰ ਉਪਦੇਸ਼ ਦੇ ਰਹੇ ਹਨ। ਪਹਿਲਾਂ ਆਪਣੇ ਮਨ ਨੂੰ ਉਪਦੇਸ਼ ਦਿੰਦੇ ਹਨ ਕਿ ਹੇ ਮਨ, ਇਹ ਹਾਲਤ ਮਾਇਆ ਗ੍ਰਸਿਆਂ ਸ਼ਬਦ ਤੋਂ ਸਖਣਿਆਂ ਜੀਵਾਂ ਦੀ ਦੇਖ ਕੇ ਤੂੰ ਸਿੱਖਿਆ ਲੈ ਤੇ ਸ਼ਬਦ ਵਿੱਚ ਚਿਤ ਲਾ ਕਮਾਈ ਕਰ ਨਾਮ ਜਪ। ਦੂਸਰੇ ਆਪਣੇ ਮਨ ਦੁਆਰਾ ਸਰਬ ਜੀਵਾਂ ਨੂੰ ਉਪਦੇਸ਼ ਕਰਦੇ ਹਨ ਕਿ ਤੁਸੀਂ ਜੋ ਨਾਮ ਤੋਂ ਗਾਫਲ ਮਾਇਆ ਮੋਹ ਵਿੱਚ ਖਚਿਤ ਔਗਣੀ ਭਰਪੂਰ ਹੋ, ਅੰਤ ਦੇ ਮਗਰੋਂ ਦੀ ਸਰੀਰ ਤੇ ਮਨ ਦੀ ਦਸ਼ਾ ਵਿਚਾਰ ਕੇ ਹੋਸ਼ ਕਰੋ
ਤੇ ਹੁਣ ਸਾਚਾ ਨਾਉ ਮਨ ਵਿੱਚ ਵਸਾ ਲਓ, ਕਿਉਂਕਿ ਤੁਸੀਂ ਵੀ ਮਨੂਰ ਮਨ ਲੈ ਕੇ ਮਰੇ ਸੀ ਤੇ ਹੁਣ ਫੇਰ ਜੰਮੇ ਹੋ। ਤੀਸਰਾ ਉਪਦੇਸ਼ ਮਰ ਗਿਆਨ ਲਈ ਹੈ ਕਿ ਜਦ ਫਰਮਾਇਆ ਮਰ ਜਨਮੈ ਆਵੈ ਜਾਏ, ਤਾਂ ਜਿਨ੍ਹਾਂ ਦੇ ਮਨ ਮਨੂਰ ਹੋ ਗਏ ਤੇ ਹੁਣ ਮਰ ਗਏ ਹਨ, ਉਹਨਾਂ ਲਈ ਵੀ ਆਸ ਬਣਾਈ ਕਿ ਉਹਨਾਂ ਨੇ ਫੇਰ ਆਉਣਾ ਹੈ। ਇਹ ਫੇਰ ਆਉਣਾ ਕਰੜਾਈ ਦਾ ਦੰਡ ਨਹੀਂ, ਇਹ ਮਿਹਰ ਹੈ ਕਿ ਮੁੜ ਮੁੜ ਮਨੁੱਖਾ ਜਨਮ ਦੇ ਦੇ ਕੇ ਮੁੜ ਮੁੜ ਮੌਕਾ ਦਿੱਤਾ ਜਾਂਦਾ ਹੈ ਕਿ ਕਿਵੇਂ ਕੂੜ ਵਿੱਚ ਸਿਥਲ ਹੋ ਗਿਆ ਮਨ ਸੱਚ ਸਰੂਪਤਾ ਦੇ ਬਲ ਵਿੱਚ ਆ ਜਾਵੇ ਤੇ ਜੋਤ ਸਰੂਪਤਾ ਨੂੰ ਪ੍ਰਾਪਤ ਕਿਵੇਂ ਹੋਵੇ। ਸੋ ਉਹਨਾਂ ਨੂੰ ਮੁੜ ਮਨੁੱਖਾ ਜਨਮ ਵਿੱਚ ਆ ਕੇ ਸ਼ਬਦ ਦੁਆਰਾ ਸੁਰਜੀਤ ਹੋ ਜਾਣ ਦਾ ਸਮਾਂ ਪ੍ਰਾਪਤ ਹੋਏਗਾ। ਭਾਵ ਇਹ ਕਿ ਮਨੂਰ ਮਨ ਆਪਣੀ ਕਰਮ ਗਤੀ ਨਾਲ ਜਦ ਮੁੜ ਸਰੀਰ ਧਾਰੇਗਾ ਤੇ ਗੁਰੂ ਕੀ ਸ਼ਰਨ ਲਏਗਾ, ਤਾਂ ਗੁਰੂ ਉਸ ਨੂੰ ਨਾਮ ਨਾਲ ਭੂਸ਼ਿਤ ਕਰੇਗਾ, ਪਰਮੇਸ਼ਰ ਦਾ ਭਾਉ ਤੇ ਭਾਉ ਸਿਖਾਏਗਾ। ਭੈ ਪੈਣ ਨਾਲ ਉਸ ਦਾ ਤਨ ਪਾਪ ਕਰਨੋਂ ਰੋਕੇਗਾ ਤੇ ਨਾਮ ਨਾਲ ਪਵਿੱਤਰ ਹੋਵੇਗਾ। ਅਰਥਾਤ ਨਾਮ ਨਾਲ ਜਦ ਮਨ ਦੀ ਮੈਲ ਉਤਰੇਗੀ ਤੇ ਜੋਤ ਪ੍ਰਗਟੇਗੀ, ਤਦ ਉਸ ਨੂੰ ਤਨ ਮਹਿ ਮਨੂਆ ਮਨ ਮਹਿ ਸਾਚਾ ਅਨੁਭਵ ਹੋ ਆਵੇਗਾ, ਤੇ ਫੇਰ ਸੋ ਸਾਚਾ ਮਿਲ ਸਾਚੇ ਰਾਚਾ ਧਨਾਸਰੀ ਮਹੱਲਾ ਪਹਿਲਾ ਵਾਲੀ ਅਵਸਥਾ ਪ੍ਰਾਪਤ ਹੋ ਜਾਏਗੀ। ਮਨ ਜੋ ਮਾਇਆ ਵਿੱਚ ਮਨੂਰ ਦੱਸਿਆ ਹੈ, ਉਸ ਦਾ ਭਾਵ ਉਸ ਲਿੰਗ ਸਰੀਰ ਤੋਂ ਲੈਂਦੇ ਹਨ ਜੋ ਸਥੂਲ ਸਰੀਰ ਵਿੱਚੋਂ ਮੌਤ ਵੇਲੇ ਨਿਕਲਦਾ ਹੈ ਤੇ ਮਨ ਉਸ ਨਾਲ ਜਾਂਦਾ ਹੈ। ਉਹ ਸਰੀਰ 17 ਤੱਤਾਂ ਦਾ ਹੁੰਦਾ ਹੈ, ਜਿਸ ਤਰ੍ਹਾਂ 10 ਇੰਦਰੀਆਂ, 1 ਮਨ, 5 ਤਨ ਮਾਤਰਾ ਤੇ 1 ਬੁੱਧੀ। ਇਸ ਲਿੰਗ ਸਰੀਰ ਵਿੱਚ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਦੀਆਂ ਬ੍ਰਿਤੀਆਂ ਕਾਇਮ ਰਹਿੰਦੀਆਂ ਹਨ, ਚਾਹੇ ਇਹਨਾਂ ਦੇ ਸਥੂਲ ਸਰੂਪ ਨਹੀਂ ਰਹਿੰਦੇ। ਇਹ ਮੁਰਾਦ ਸਪਸ਼ਟ ਹੈ ਕਿ ਗੁਰੂ ਜੀ ਸਰੀਰ ਦੇ ਮਰਨੇ ਨਾਲ ਜੀਉ ਦਾ ਮਰਨਾ ਨਹੀਂ ਮੰਨਦੇ ਤੇ ਨਾ ਉਸ ਦੀ ਮਨ ਸ਼ਕਤੀ ਦੀ ਸਮਾਪਤੀ ਸਮਝਦੇ ਹਨ। ਨਿਰੁਕਤ ਮਨੂਰ ਦਾ ਭਾਵ ਵਿਆਖਿਆ ਦੇ ਸ਼ੁਰੂ ਵਿੱਚ ਇਸ ਦਾ ਅਰਥ ਆ ਗਿਆ ਹੈ। ਮਨੂਰ ਦਾ ਸ਼ੁੱਧ ਲੋਹਾ ਬਣ ਜਾਣਾ ਅਗਨੀ ਦੇ ਤਪਾਵਾਂ ਆਦਿ ਨਾਲ ਹੋ ਜਾਂਦਾ ਹੈ, ਪਰ ਉਸ ਦਾ ਕੰਚਨ ਹੋ ਜਾਣਾ ਵੀ ਗੁਰਬਾਣੀ ਵਿੱਚ ਆਇਆ ਹੈ। ਇਸ ਕਰਕੇ ਗੁਰਬਾਣੀ ਵਿੱਚ ਮਨੂਰ ਦਾ ਅਰਥ ਕਿਸੇ ਧਾਤੂ ਦਾ ਅਸਲੀ ਰੂਪ ਛੱਡ ਕੇ ਮਿੱਟੀ ਆਦਿ ਦੀ ਸ਼ਕਲ ਵਿੱਚ ਹੋ ਜਾਣਾ ਮੁਰਾਦ ਲੈਣੀ ਚਾਹੀਏ। ਜਿਉਂ ਇਉਂ ਕਿ ਪਾਰਸ ਮਨੂਰ ਨੂੰ ਲੱਗ ਕੇ ਵੀ ਲੋਹੇ ਦੀ ਅੰਸ਼ ਨੂੰ ਸੋਨਾ ਕਰ ਦਿੰਦਾ ਹੈ, ਜਾਂ ਉਸ ਦੀ ਛੋਹ ਨਾਲ ਪਹਿਲੇ ਮਨੂਰ ਸ਼ੁੱਧ ਲੋਹਾ ਤੇ ਫਿਰ ਸੋਨਾ ਹੋ ਜਾਂਦਾ ਹੈ। ਜੈਸਾ ਕਿ ਸੋਨੇ ਤੱਕ ਨੂੰ ਵੀ ਵੈਦ ਲੋਕ ਔਖਦੀਆਂ ਆਦਿ ਨਾਲ ਧੂੜਾ ਜਿਹਾ ਬਣਾ ਲੈਂਦੇ ਹਨ ਤੇ ਉਪਚਾਰ ਨਾਲ ਫੇਰ ਅਸਲੀ ਸਰੂਪ ਵਿੱਚ ਸੁਰਜੀਤ ਕਰ ਲੈਂਦੇ ਹਨ। ਲਾਗੂ ਦਾ ਭਾਵ ਪੰਜਾਬੀ ਵਿੱਚ ਲੱਗਣਾ ਤੋਂ ਜੋ ਲਗਾ ਰਹੇ ਸੋ ਲਾਗੂ, ਪਿੱਛੇ ਲੱਗਾ ਰਹਿਣ ਵਾਲਾ ਹੈ। ਪਿੱਛੇ ਲੱਗਾ ਰਹਿਣ ਵਾਲਾ ਵੈਰੀ, ਖੋਰੀ ਵੈਰੀ। ਤੁਰ ਦਾ ਭਾਵ ਸੰਸਕ੍ਰਿਤੀ ਵਿੱਚ ਹੈ ਤੂਰੀ, ਭਾਵ ਤੁਰੀ, ਰਣ ਸਿੰਘਾ। ਦੁਬਿਧਾ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਦਿਵਦਾ, ਦੋ ਵਿਧਾਂ ਵਿੱਚ ਫਸੇ ਹੋਣਾ, ਇੱਕ ਪਾਸੇ ਦਾ ਫੈਸਲਾ ਨਾ ਕਰ ਸਕਣਾ, ਅਸਮੰਜਸ। ਦੂਸਰੀ ਵਿਧ ਪਰਮੇਸ਼ਰ ਤੋਂ ਛੁੱਟ ਹੋਰ ਪਾਸੇ ਮਨ ਦੀ ਰੁਚੀ ਦੇ ਰੁੱਝੇ ਰਹਿਣ ਦੀ ਅਵਸਥਾ। ਦੁਐਤ ਭਾਵ ਗੁਰਬਾਣੀ ਵਿੱਚ ਅਕਸਰ ਇਹ ਅਰਥ ਲੱਗਦੇ ਹਨ, ਜਿਸ ਤਰ੍ਹਾਂ ਦੁਬਿਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਨ ਨਾ ਜਾਈ। ਸੋਰਠ ਮਹੱਲਾ ਪਹਿਲਾ ਅਸ਼ਟਪਦੀਆ। ਕੂਰ ਵਜਾਵੈ ਤੂਰ ਦਾ ਭਾਵ ਹੈ ਝੂਠ ਤੁਰੀਆਂ ਵਜਾਉਂਦਾ ਹੈ। ਤੁਰੀ ਵਜਾਉਣਾ ਮੁਹਾਵਰਾ ਹੈ ਖੁਸ਼ ਹੋਣ ਤੋਂ। ਮਾਨੋ ਕੂਰ ਕਹਿੰਦਾ ਹੈ ਕਿ ਕੈਸੀ ਕੀਤੀ, ਮਨ ਨੂੰ ਕੈਸਾ ਧੋਖਾ ਦਿੱਤਾ ਤੇ ਸੱਤ ਤੋਂ ਗੁੰਮਰਾਹ ਕੀਤੀ ਰੱਖਿਆ। ਭਾਵ ਇਹ ਕਿ ਜੀਵ ਹੁਣ ਜਗਤ ਦੀ ਅਸਾਰਤਾ ਅਨੁਭਵ ਕਰਕੇ ਪਛਤਾਉਂਦਾ ਹੈ। ਕੂੜ ਨੂੰ ਇੱਕ ਜਿਉਂਦੇ ਜੀਵ ਵਾਲਾ ਦੱਸ ਕੇ ਉਸ ਦੀ ਤੁਰੀ ਵਜਾਉਣੀ ਵਰਣਨ ਕਰਨਾ ਇੱਕ ਅਚਰਜ ਸ਼ਾਇਰਾਨਾ ਲਤਾਫਤ ਹੈ। ਭਰਮਾਈਏ ਦਾ ਭਾਵ ਸੰਸਕ੍ਰਿਤੀ ਵਿੱਚ ਹੈ ਭ੍ਰਮਣ, ਭਾਵ ਫਿਰਨਾ, ਬਿਰਥਾ ਘੁੰਮਣਾ, ਖੁਆਰ ਹੋਣਾ, ਜਨਮਾਂ ਵਿੱਚ ਘੁੰਮਣਾ। ਪੂਰ ਦਾ ਭਾਵ ਹੈ ਪੰਜਾਬੀ ਵਿੱਚ ਬੇੜੀ ਵਿੱਚ ਇੱਕ ਵੀਰ ਬੈਠੇ ਪੁਰਖਾਂ ਦਾ ਸਮੂਹ, ਭਾਵ ਹੈ ਸਮੂਹ ਤੋਂ। ਦੇਹੁਰੀ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਦੇਹਨ, ਭਾਵ ਸਰੀਰ।
ਪੰਜਾਬੀ ਵਿੱਚ ਦੇਹ, ਦੇਹੀ, ਦੇਹੁਰੀ ਤ੍ਰੈ ਪਦ ਬੋਲੇ ਜਾਂਦੇ ਹਨ। ਅਕਸਰ ਦਾਨੇ ਇੱਥੇ ਇਸ ਦਾ ਅਰਥ ਬੁੱਧੀ ਜਾਂ ਮਨ ਵੀ ਲਾਉਂਦੇ ਹਨ। ਦੇਹ ਪਲਸ ਉਰੀ ਭਾਵ ਦੇਹ ਵਾਲਾ ਅਰਥਾਤ ਜੀਉ ਜਾਂ ਮਨ। ਜਿਵੇਂ ਦੇਹੀ ਪਦ ਦਾ ਅਰਥ ਕਿਤੇ ਹੋਰ ਤੇ ਜੀਵਾਤਮਾ ਕਰੀਦਾ ਹੈ, ਜੈਸੇ ਕਿ ਦੇਹੀ ਗੁਪਤ ਬਦੇਹੀ ਦਿਸੈ। ਰਾਮਕਲੀ ਮਹੱਲਾ ਵਿੱਚ ਦੇਹੀ ਦਾ ਅਰਥ ਦੇਹ ਵਾਲਾ ਜਾਂ ਆਤਮਾ ਕਰੀਦਾ ਹੈ। ਸੁਆਉ ਦਾ ਭਾਵ ਸੰਸਕ੍ਰਿਤੀ ਵਿੱਚ ਹੈ ਸਵਾਦ, ਪ੍ਰਾਕ੍ਰਿਤੀ ਵਿੱਚ ਹੈ ਸਾਉ। ਪੰਜਾਬੀ ਵਿੱਚ ਸੁਆਉ ਸਵਾਦ ਭਾਵ ਰਸ। ਤਾਉ ਦਾ ਭਾਵ ਸੰਸਕ੍ਰਿਤੀ ਵਿੱਚ ਹੈ ਤਾਪ, ਤਾ। ਪੰਜਾਬੀ ਵਿੱਚ ਤਾਉ ਤਪਸ਼, ਸਰੀਰਕ ਦੁੱਖ, ਸੋਨਾ ਆਦਿ ਨੂੰ ਸ਼ੁੱਧ ਕਰਨ ਲਈ ਤਾਉਂਦੇ ਹਨ। ਇਸ ਤੋਂ ਦੁੱਖ ਅਰਥ ਲਈਦੇ ਹਨ। ਧਾਤਾਂ ਨੂੰ ਕਦੇ ਪਰਖਣ ਲਈ ਕਸਵੱਟੀ ਤੋਂ ਛੁੱਟ ਤਾਉ ਵੀ ਵਰਤਦੇ ਹਨ, ਤਦੋਂ ਪਰਖਣੇ ਦਾ ਦੁੱਖ ਅਰਥ ਲਈਦੇ ਹਨ। ਪਵਨਾਂ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਪਵਨ। ਪਵਨ ਨਾਮ ਹਵਾ ਦਾ ਹੈ। ਪਵਨ ਪੰਜਾਬੀ ਵਿੱਚ ਇਸਤਰੀ ਲਿੰਗ ਹੈ, ਪਰ ਇੱਥੇ ਪਦ ਪਵਨਾ ਪੁਲਿੰਗ ਕਰਕੇ ਵਰਤਿਆ ਹੈ। ਹੋ ਸਕਦਾ ਹੈ ਕਿ ਇਸ ਦਾ ਭਾਵ ਪੌਣ ਨਹੀਂ, ਪਰ ਸੂਖਮ ਪਵਨ ਹੋਵੇ, ਜਿਸ ਨੂੰ ਗੈਸ ਆਖਦੇ ਹਨ, ਕਿਉਂਕਿ ਪਵਨੇ ਤੋਂ ਜਲ ਹੋਏ ਲਿਖਿਆ ਹੈ। ਜਲ ਦੋ ਗੈਸਾਂ ਤੋਂ ਬਣਦਾ ਹੈ, ਜਿਨ੍ਹਾਂ ਦੇ ਨਾਮ ਹਨ ਹਾਈਡਰੋਜਨ ਤੇ ਆਕਸੀਜਨ। ਪਹਿਲੋਂ ਪੌਣ, ਫੇਰ ਪਾਣੀ, ਫੇਰ ਸ੍ਰਿਸ਼ਟੀ। ਇਹ ਤਰਤੀਬ ਪੌਰਾਣਿਕ ਤਰਤੀਬ ਤੋਂ ਭਿੰਨ ਹੈ। ਇਸ ਤੋਂ ਸੰਭਾਵਨਾ ਹੁੰਦੀ ਹੈ ਕਿ ਗੁਰੂ ਜੀ ਨੇ ਆਪਣਾ ਵੱਖਰਾ ਹਿਸਾਬ ਇੱਥੇ ਦਿੱਤਾ ਹੈ। ਉਹ ਇਹ ਹੈ ਕਿ ਸੂਖਮ ਪਵਨ ਗੈਸ, ਜਲ ਲਿਕੁਇਡ, ਤ੍ਰਿਭਵਨ ਭਾਵ ਨਿੱਗਰ ਸੋਲਿਡ। ਇਹ ਵੰਡ ਹੈ ਕਿ ਸਾਈਂ ਨੇ ਸੂਖਮ ਪਵਨ ਦ੍ਰਵੈ ਜਲ ਤੇ ਤ੍ਰਿਭਵਨ ਨਿੱਗਰ ਤ੍ਰੈ ਪ੍ਰਕਾਰ ਦੀ ਰਚਨਾ ਕਰਕੇ, ਜੋ ਆਪੋ ਵਿੱਚ ਅਦਲ ਬਦਲ ਸਕਦੇ ਹਨ, ਜਗਤ ਰਚਿਆ ਤੇ ਇਸ ਰਚਨਾ ਵਿੱਚ ਜੋਤ ਰੱਖ ਕੇ ਜੀਵ ਸ੍ਰਿਸ਼ਟੀ ਬਣਾਈ। ਇਹ ਵੀ ਹੋ ਸਕਦਾ ਹੈ ਕਿ ਪਵਨਾ ਕਹਿਣ ਤੋਂ ਮੁਰਾਦ ਦੋ ਤੱਤਾਂ ਤੋਂ ਹੋਵੇ, ਆਕਾਸ਼ ਅਤੇ ਪਵਨ, ਫਿਰ ਤੀਸਰਾ ਪਾਣੀ। ਤ੍ਰੈ ਤੱਤ ਕਹਿਣ ਤੋਂ ਪੰਜ ਤੱਤਾਂ ਦੀ ਮੁਰਾਦ ਲੈ ਲਈਦੀ ਹੈ। ਵੇਦਾਂਤ ਦਰਸ਼ਨ ਵਿੱਚ ਦੱਸਿਆ ਹੈ ਕਿ ਜਿੱਥੇ ਵੇਦ ਵਿੱਚ ਤਿੰਨ ਤੱਤ ਕਹੇ ਹੋਣ, ਉੱਥੇ ਦੋ ਦਾ ਅਧਿਆਹਾਰ ਕਰਕੇ ਪੰਜ ਸਮਝੋ। ਪੰਜ ਭੂਤ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਪੰਜ ਤੱਤ। ਪੰਜ ਭੂਤ ਸਦ ਭੈ ਰਤੇ। ਪੰਜ ਤੱਤ ਸੱਚ ਦੁਆਰਾ ਭੈ ਵਿੱਚ ਰਚੇ ਹੋਏ ਹਨ। ਜਿਸ ਤਰ੍ਹਾਂ ਭੈ ਵਿੱਚ ਪਵਨ ਵਹੈ ਸਦ ਵਾਓ, ਭੈ ਵਿੱਚ ਚੱਲਹਿ ਲਖ ਦਰਿਆਓ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਵਾਰ ਆਸਾ ਮਹੱਲਾ ਪਹਿਲਾ। ਪੰਜ ਭੂਤ ਦਾ ਅਰਥ ਪੰਜ ਭੂਤਕ ਦੇਹੀ ਵੀ ਲਾ ਲੈਂਦੇ ਹਨ।